ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਪਰਮਿੰਦਰ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਗੱਲ ਕਰਾਂਗੇ ਖੇਤੀ ਕਾਨੂੰਨ ਨੂੰ ਲੈ ਕੇ ਲਗਾਤਾਰ ਹੋ ਰਹੀ ਸਿਆਸਤ ਦੀ। ਸਿਆਸਤ ਗਰਮਾਈ ਹੋਈ ਹੈ, ਸਿਆਸਤ ਸਿਖਰਾਂ ਤੇ ਨਜ਼ਰ ਆ ਰਹੀ ਹੈ। ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਦੀ ਮੋਰਚਾਬੰਦੀ ਲਗਾਤਾਰ ਜਾਰੀ ਹੈ। ਰਾਹੁਲ ਗਾਂਧੀ ਨੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਹੈ। ਰਾਸ਼ਟਰਪਤੀ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ। 2 ਕਰੋੜ ਕਿਸਾਨਾਂ ਦੇ ਹਸਤਾਖਰ ਵਾਲਾ ਮੰਗ ਪੱਤਰ ਵੀ ਇਸ ਦੌਰਾਨ ਰਾਹੁਲ ਗਾਂਧੀ ਦੇ ਵੱਲੋਂ ਰਾਸ਼ਟਰਪਤੀ ਨੂੰ ਸੌਂਪਿਆ ਗਿਆ ਹੈ। ਮੁਲਾਕਾਤ ਤੋਂ ਬਾਅਦ ਮੋਦੀ ਸਰਕਾਰ ਤੇ ਵੀ ਰਾਹੁਲ ਗਾਂਧੀ ਵਰਤੇ ਹੋਏ ਨਜ਼ਰ ਆ ਰਹੇ। ਉਹਨਾਂ ਨੇ ਕੇਂਦਰ ਸਰਕਾਰ ਤੇ ਖੇਤੀ ਕਾਨੂੰਨ ਲੈ ਕੇ ਨਿਸ਼ਾਨਾ ਸਾਧਿਆ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਨੇ ਕਿਸਾਨਾਂ ਤੇ ਜ਼ਬਰਨ ਕਾਨੂੰਨ ਥੋਪੇ ਨੇ। ਕਾਨੂੰਨ ਲਾਗੂ ਹੋਏ ਤਾਂ ਕਰੋੜਾਂ ਲੋਕ ਬੇਹਾਲ ਹੋ ਜਾਣਗੇ। ਰਾਹੁਲ ਗਾਂਧੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਮੋਦੀ ਜੀ ਨੂੰ ਸਮਝਣਾ ਹੋਵੇਗਾ ਕਿ ਕਿਸਾਨ ਪਿੱਛੇ ਨਹੀਂ ਹਟਣਗੇ। ਸੋ ਕਾਂਗਰਸ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਮੋਰਚਾਬੰਦੀ ਕੀਤੀ ਜਾ ਰਹੀ ਹੈ, ਚਾਹੇ ਗੱਲ ਪੰਜਾਬ ਦੀ ਹੋਵੇ ਚਾਹੇ ਗੱਲ ਦੇਸ਼ ਦੀ ਹੋਵੇ। ਰਾਹੁਲ ਗਾਂਧੀ ਦੇ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ। ਰਾਸ਼ਟਰਪਤੀ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ। 2 ਕਰੋੜ ਕਿਸਾਨਾਂ ਦੇ ਹਸਤਾਖਰ ਵਾਲਾ ਉਹਨਾਂ ਦੇ ਵੱਲੋਂ ਮੰਗ ਪੱਤਰ ਵੀ ਸੌਂਪਿਆ ਗਿਆ। ਉੱਥੇ ਕੇਂਦਰ ਸਰਕਾਰ ਤੇ ਉਹਨਾਂ ਨਿਸ਼ਾਨਾ ਵੀ ਸਾਧਿਆ। ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਤੇ ਜ਼ਬਰਨ ਇਹ ਕਾਨੂੰਨ ਥੋਪੇ ਨੇ। ਜੇ ਕਾਨੂੰਨ ਲਾਗੂ ਹੋਏ ਤਾਂ ਕਰੋੜਾਂ ਲੋਕ ਬੇਹਾਲ ਹੋ ਜਾਣਗੇ। ਰਾਹੁਲ ਗਾਂਧੀ ਦਾ ਇਹ ਕਹਿਣਾ ਹੈ। ਉਹਨਾਂ ਨੇ ਕਿਹਾ ਕਿ ਮੋਦੀ ਜੀ ਨੂੰ ਸਮਝਣਾ ਹੋਵੇਗਾ ਕਿ ਕਿਸਾਨ ਪਿੱਛੇ ਨਹੀਂ ਹਟਣਗੇ। सरकार ने कहा था कि ये कानून किसान के फायदे के हैं और देश को दिख रहा है कि किसान कानून के खिलाफ खड़ा हुआ है। और मैं प्रधानमंत्री जी से कहना चाहता हूं कि ये किसान हटेगा नहीं। प्रधानमंत्री को ये नहीं सोचना चाहिए कि किसान और मजदूर घर चले जाएंगे, नहीं जाएंगे। जब तक ये कानून वापस नहीं लिया जाएगा, जॉइंट सेशन कीजिए और कानून को एकदम वापस लीजिए, क्योंकि किसान वापस नहीं जाने वाला है। और हम सब, विपक्ष की सब पार्टियां किसानों के साथ, मजदूरों के साथ खड़े हैं और खड़े रहेंगे। जिस प्रकार से ये कानून पास किया गया वो भी बिल्कुल गलत था। बिना डिबेट किए, बिना किसानों से चर्चा किए, बिना मजदूरों से पूछे ये कानून ऊपर से थोप दिए गए और इन कानूनों को हटाना ही पड़ेगा, विद्रॉ करना ही पड़ेगा। हम 3 लोग राष्ट्रपति के पास गए हैं, बट हम करोड़ों सिग्नेचर्स लेके गए। नीचे करो भाई। हम किसान की आवाज राष्ट्रपति जी को तक ले गए। ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਪੈਦਲ ਮਾਰਚ ਕੱਢਿਆ ਗਿਆ, ਜਿਸ ਨੂੰ ਪੁਲਿਸ ਨੇ ਰੋਕ ਲਿਆ। ਪੁਲਿਸ ਨੇ ਪ੍ਰਿੰਕਾ ਗਾਂਧੀ ਸਣੇ ਕਈ ਕਾਂਗਰਸੀ ਲੀਡਰਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਤੁਸੀਂ 2 ਤਸਵੀਰਾਂ ਵੇਖ ਰਹੇ ਹੋ। ਜਦੋਂ ਕਾਂਗਰਸ ਦੇ ਵੱਲੋਂ ਇਹ ਪੈਦਲ ਮਾਰਚ ਕੱਢਿਆ ਗਿਆ ਤਾਂ ਪੁਲਿਸ ਨੇ ਰਸਤੇ ਦੇ ਵਿੱਚ ਹੀ ਮਾਰਚ ਨੂੰ ਰੋਕਿਆ ਤੇ ਜਿਸ ਤੋਂ ਬਾਅਦ ਚ ਕਈ ਕਾਂਗਰਸੀ ਲੀਡਰਾਂ, ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਲੈ ਲਿਆ ਗਿਆ। ਉਸ ਤੋਂ ਬਾਅਦ ਰਾਹੁਲ ਗਾਂਧੀ ਰਾਸ਼ਟਰਪਤੀ ਨੂੰ ਮਿਲਣ ਪਹੁੰਚੇ। ਖੇਤੀ ਕਾਨੂੰਨ ਨੂੰ ਲੈ ਕੇ ਰਾਸ਼ਟਰਪਤੀ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ। 2 ਕਰੋੜ ਕਿਸਾਨਾਂ ਦੇ ਹਸਤਾਖਰ ਵਾਲਾ ਉਹਨਾਂ ਦੇ ਵੱਲੋਂ ਮੰਗ ਪੱਤਰ ਵੀ ਸੌਂਪਿਆ ਗਿਆ ਤੇ ਨਾਲ ਹੀ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਵੀ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਹੈ। ऐसा है कि ये लोकतंत्र का गला घोटने की कोशिश है। अगर सांसदों को भी राष्ट्रपति से नहीं मिलने दिया जाएगा तो और किसको मिलने दिया जाएगा। 2 करोड़ से ज़्यादा किसानों ने हस्ताक्षर करके दिए हैं। हम राष्ट्रपति जी को देना चाह रहे हैं। और ऐसा नहीं है कि यहाँ पे कोई गैर जिम्मेदार लोग हैं। बहुत जिम्मेदार लोग हैं जो 20-20 लाख लोगों का प्रतिनिधित्व करते हैं और उनको इस तरह से रोका जाए, ये बिल्कुल लोकतंत्र के विरुद्ध है। देखिए, लड़ाई तो जब तक कानून वापस नहीं लिए जाएंगे अब तो ये लंबी जाएगी, क्योंकि देखिए 65% जो भारत के लोग हैं वो कृषि पे निर्भर हैं और उनको ये मालूम है, उनकी ये दिल की धारणा है कि ये उनके ऊपर कुठाराघात है, उनके हकों के ऊपर कुठाराघात है। जिसे पंजाबी में कहते हैं कि उन्होंने नाल धक्का किया जा रहा है और धक्का
पंजाब के किसान कदे नहीं बर्दाश्त करते। आप देख रहे हैं हमने 2 करोड़ किसानों के हस्ताक्षर इकट्ठे किए हैं जो हम राष्ट्रपति जी तक पहुंचाना चाहते हैं, ताकि वो जाने कि ये किसान जो बॉर्डर पे बैठे हुए हैं उनके साथ 2 करोड़ और किसान इस देश के लगे हुए हैं, कि पूरी देश की जनता उनका समर्थन कर रही है। सरकार को जानना चाहिए और हमारा काम है, कर्तव्य है एक विपक्ष के दल की होने के नाते कि हम किसानों की आवाज को उठाएं। वही कर रहे हैं हम। सरकार को अपने एक्शंस की जिम्मेदारी लेनी पड़ेगी। सरकार 5 सालों के लिए, 6 सालों, 7 सालों के लिए नहीं चल सकती अगर आप सिर्फ विपक्ष को हर चीज की जिम्मेदारी दे रहे हैं। आपकी जिम्मेदारी है किसानों की आवाज को सुनना, आपकी जिम्मेदारी है, सरकार की जिम्मेदारी है। इस जनता के प्रति सरकार जवाबदेह है। जो कह रहे हैं ना, कुछ ही फार्मर्स हैं, इन फार्मर्स ने सारे देश को खाना खिलाया है, अन्न दिया है। जब बाहर से भीख मांगते थे ना, ग्रीन रेवोल्यूशन, यही कुछ ही फार्मर्स ने किया है। तो जो देश का भविष्य है उसको ये मार रहे हैं। इनकी बात सुने और अपने कानून वापस लें। ਸੋ ਕਾਂਗਰਸ ਦੇ ਵੱਲੋਂ ਮੋਰਚਾਬੰਦੀ ਲਗਾਤਾਰ ਜਾਰੀ ਹੈ। ਰਾਹੁਲ ਗਾਂਧੀ ਵੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ, ਕੇਂਦਰ ਤੇ ਨਿਸ਼ਾਨਾ ਸਾਧਿਆ, ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਤੇ ਸਾਡੇ ਨਾਲ ਬੀਜੇਪੀ ਦੇ ਆਗੂ ਅਨਿਲ ਸਰੀਨ ਵੀ ਜੁੜੇ ਹੋਏ ਨੇ। ਜੀ ਅਨਿਲ ਜੀ, ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ। ਚਾਹੇ ਕਿ ਬੀਜੇਪੀ ਵੱਲੋਂ ਸਰਕਾਰ ਦੇ ਵੱਲੋਂ ਕਾਨੂੰਨ ਨੂੰ ਲੈ ਕੇ ਆਪਣਾ ਤਰਕ ਦਿੱਤਾ ਜਾ ਰਿਹਾ ਹੈ, ਪਰ ਵਿਰੋਧੀ ਲਗਾਤਾਰ ਮੋਰਚਾਬੰਦੀ ਕਰ ਰਹੇ ਨੇ, ਘੇਰਾਬੰਦੀ ਕਰ ਰਹੇ ਨੇ ਕੇਂਦਰ ਦੀ। ਰਾਹੁਲ ਗਾਂਧੀ ਵੱਲੋਂ ਮੁਲਾਕਾਤ ਕੀਤੀ ਗਈ ਅੱਜ। 2 ਕਰੋੜ ਕਿਸਾਨਾਂ ਦੇ ਹਸਤਾਖਰ ਵਾਲਾ ਉਹਨਾਂ ਨੇ ਮੰਗ ਪੱਤਰ ਸੌਂਪਿਆ ਰਾਸ਼ਟਰਪਤੀ ਨੂੰ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਕਿਸਾਨਾਂ ਤੇ ਇਹ ਖੇਤੀ ਕਾਨੂੰਨ ਜ਼ਬਰਨ ਥੋਪੇ ਨੇ। ਕਾਨੂੰਨ ਲਾਗੂ ਹੋਏ ਤਾਂ ਕਰੋੜਾਂ ਲੋਕ ਬੇਹਾਲ ਹੋ ਜਾਣਗੇ। ਮੈਂ ਪਹਿਲਾਂ ਤੇ ਰਾਹੁਲ ਗਾਂਧੀ ਜੀ ਨੂੰ ਪੁੱਛਦਾ ਕਿ ਤੁਸੀਂ ਰਾਸ਼ਟਰਪਤੀ ਸਾਹਿਬ ਕੋਲ ਗਏ ਹੋ, ਔਰ ਉਹਦੇ ਬਾਅਦ ਮੈਂ ਹੁਣ ਤੁਹਾਡੇ ਚੈਨਲ ਤੇ ਰਾਹੁਲ ਗਾਂਧੀ ਜੀ ਦਾ ਬਿਆਨ ਸੁਣ ਰਿਹਾ ਸੀਗਾ ਜੀ ਕਿ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਤਦ ਤੱਕ ਇਹ ਧਰਨਾ ਖਤਮ ਨਹੀਂ ਹੋਏਗਾ, ਇਹ ਕਿਸਾਨ ਆਪਣੇ ਵਾਪਸ ਨਹੀਂ ਉੱਠਣਗੇ। ਮੈਂ ਪੁੱਛਣਾ ਚਾਹੁੰਦਾ ਕਿ ਰਾਹੁਲ ਗਾਂਧੀ ਸਪਾਂਸਰਡ ਧਰਨਾ ਹੈ ਜਾਂ ਕਿਸਾਨਾਂ ਦਾ ਧਰਨਾ ਹੈ? ਰਾਹੁਲ ਗਾਂਧੀ ਕਿਵੇਂ ਕਲੇਮ ਕਰਦੇ ਆ ਕਿ ਵੀ ਇਹ ਜਦ ਤੱਕ ਇਹ ਨਹੀਂ ਕਰਨਗੇ ਤਦ ਤੱਕ ਕਿਸਾਨ ਧਰਨਾ ਨਹੀਂ ਚੱਕਣਗੇ? ਇਹਦਾ ਮਤਲਬ ਇਹ ਹੋਇਆ ਕਿ ਕਿਸਾਨਾਂ ਦੇ ਅੰਦੋਲਨ ਦੇ ਪਿੱਛੇ ਰਾਜਨੀਤੀ ਕਰ ਰਹੇ ਨੇ। ਨਹੀਂ, ਤੁਸੀਂ ਸਪਾਂਸਰਡ ਮੰਨਦੇ ਹੋ? ਨਹੀਂ, ਮੈਂ ਇਹ ਕਹਿ ਰਿਹਾ ਜੋ ਰਾਹੁਲ ਨੇ ਕਲੇਮ ਕੀਤਾ ਹੈ। ਰਾਹੁਲ ਗਾਂਧੀ ਨੇ ਕਲੇਮ ਕੀਤਾ ਹੈ ਕਿ ਜਦ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਤਦ ਤੱਕ ਧਰਨਾ ਨਹੀਂ ਚੱਕਿਆ ਜਾਏਗਾ। ਮੈਂ ਇਹ ਪੁੱਛਦਾ ਕਿ ਰਾਹੁਲ ਦਾ ਕੀ ਲੋਕਸ ਸਟੈਂਡ ਹੀ ਹੈ? ਧਰਨਾ ਕਿਸਾਨਾਂ ਦਾ, ਐਜੂਕੇਸ਼ਨ ਕਿਸਾਨਾਂ ਦੀ, ਤੇ ਰਾਹੁਲ ਗਾਂਧੀ ਮੱਲੋ ਮੱਲੀ ਆਪਣੇ ਆਪ ਨੂੰ ਮਾਲਕ ਬਣੀ ਜਾਂਦਾ ਹੈ। ਔਰ ਜੇ ਉਹ ਕਹਿੰਦੇ ਨੇ ਤੇ ਫਿਰ ਤਾਂ ਗੱਲ ਸਹੀ ਹੋਗੀ ਨਾ ਕਿ ਇਹਦੇ ਪਿੱਛੇ ਰਾਜਨੀਤੀ ਹੈ। ਸੋ ਇਸ ਕਰਕੇ, ਔਰ ਦੂਸਰੀ ਗੱਲ, ਕਾਂਗਰਸ ਨੂੰ ਕੋਈ ਮੌਲਿਕ ਅਧਿਕਾਰ ਨਹੀਂਗਾ ਕਿ ਇਹਨਾਂ ਕਾਨੂੰਨਾਂ ਦੇ ਖਿਲਾਫ ਕੋਈ ਸ਼ਬਦ ਬੋਲੇ, ਕਿਉਂਕਿ 2019 ਦੇ ਮੈਨੀਫੈਸਟੋ ਵਿੱਚ ਉਹ ਤੇ APMC ਨੂੰ ਰਿਪੀਲ ਕਰ ਰਹੇ ਸੀਗੇ। ਔਰ ਪੰਜਾਬ ਦੇ ਵਿੱਚ ਆਲਰੇਡੀ 2017 ਚ ਮਾਰਕੀਟ ਕਮੇਟੀਆਂ ਦੀ ਅਮੈਂਡਮੈਂਟ ਉਹ ਕਰ ਚੁੱਕੇ ਨੇ। ਔਰ ਜਿਹੜੀ ਚੀਜ਼ ਕੇਂਦਰ ਸਰਕਾਰ ਨੇ ਹੁਣ ਕੀਤੀ ਹੈ ਉਹ ਪੰਜਾਬ ਦੇ ਵਿੱਚ 2017 ਔਰ 2006 ਦੀ ਅਮੈਂਡਮੈਂਟ, ਔਰ ਉਹਦੇ ਬਾਅਦ 2013 ਦੀ ਕੰਟਰੈਕਟ ਫਾਰਮਿੰਗ ਦੀ ਜਿਹੜਾ ਲਾਅ ਹੈਗਾ, 90% ਕਾਨੂੰਨ ਤੇ ਪੰਜਾਬ ਦੇ ਵਿੱਚ ਆਲਰੇਡੀ ਲੀਗਲਾਈਜ਼ਡ ਹੈ। ਐਕਟ ਪਾਸ ਹੋਏ ਹੋਏ ਪੰਜਾਬ ਅਸੈਂਬਲੀ 'ਚ। ਤੇ ਰਾਹੁਲ ਗਾਂਧੀ ਕਿਹੜੇ ਮੂੰਹ ਨਾਲ ਇਹਨਾਂ ਦੀ ਸਰਕਾਰ ਨੇ ਕੀਤੇ ਹੈ ਤੇ ਕਿਹੜੇ ਮੂੰਹ ਨਾਲ ਰਾਸ਼ਟਰਪਤੀ ਕੋਲ ਸਿਗਨੇਚਰ ਲੈ ਕੇ ਚੱਲੇ ਨੇ? ਇਹ ਸਿਰਫ ਰਾਜਨੀਤੀ ਕਰ ਰਹੇ ਨੇ ਔਰ ਕੁਝ ਨਹੀਂ ਹੈਗਾ ਇਹਨਾਂ ਦੇ ਪੱਲੇ। ਨਹੀਂ ਸ੍ਰੀ ਲੋਕਾਂ ਨੇ ਸਤਿਕਾਰਤਾ, ਹੁਣ ਇਸ ਕਿਸਾਨ ਅੰਦੋਲਨ ਨੂੰ ਆਪਣਾ ਬਣਾ ਕੇ ਤੇ ਰਾਜਨੀਤੀ ਕਰ ਰਹੇ ਨੇ। ਤੁਸੀਂ ਕਹਿ ਰਹੇ ਹੋ, ਰਾਹੁਲ ਗਾਂਧੀ ਨੂੰ ਕਹਿ ਰਹੇ ਹੋ, ਕਾਂਗਰਸ ਨੂੰ ਕਹਿ ਰਹੇ ਕਿ ਰਾਜਨੀਤੀ ਕੀਤੀ ਜਾ ਰਹੀ ਹੈ, ਪਰ ਜਿਹੜੇ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਬੈਠੇ ਹੋਏ ਨੇ 26 ਨਵੰਬਰ ਨੂੰ, 26 ਨਵੰਬਰ ਤੋਂ ਜਿਹੜੇ ਲਗਾਤਾਰ ਮੰਗ ਕਰ ਰਹੇ ਨੇ ਖੇਤੀ ਕਾਨੂੰਨ ਰੱਦ ਕੀਤੀ ਜਾਵੇ। ਠੀਕ ਹੈ, ਸਿਆਸਤਦਾਨ ਦਾ ਕੰਮ ਸਿਆਸਤ ਕਰਨਾ ਹੁੰਦਾ ਹੈ, ਪਰ ਕਿਸਾਨਾਂ ਦਾ ਵੀ ਕੋਈ ਪੱਖ ਹੈ ਨਾ, ਕਿਸਾਨਾਂ ਦਾ ਵੀ ਕੋਈ ਧਿਰ ਹੈ ਨਾ, ਜਿਹਨਾਂ ਦੇ ਵੱਲੋਂ ਆਪਣਾ ਤਰਕ ਦਿੱਤਾ ਜਾ ਰਿਹਾ। ਬਿਲਕੁਲ, ਜਿੱਥੇ ਕਿਸਾਨਾਂ ਦਾ ਸਵਾਲ ਹੈਗਾ, ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਹੈ, ਕਿਸਾਨਾਂ ਵਾਸਤੇ ਕੰਮ ਕਰ ਰਹੀ ਹੈ, ਉਹਨਾਂ ਦੀ ਬਿਹਤਰੀ ਵਾਸਤੇ ਕੰਮ ਕਰ ਰਹੀ ਹੈ। ਸਰੀਨ ਸਾਹਿਬ ਸਾਡੇ ਨਾਲ ਜੁੜੇ ਰਹੋ। ਸਾਡੇ ਨਾਲ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਵੀ ਜੁੜੇ ਹੋਏ ਨੇ। ਵੈਦ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਤੇ। ਸਾਡੇ ਨਾਲ ਸਰੀਨ ਸਾਹਿਬ ਜੁੜੇ ਹੋਏ ਨੇ। ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਸਿੱਧੇ ਤੌਰ ਤੇ ਕਾਂਗਰਸ ਦੇ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ। ਤੁਹਾਡੇ 2019 ਵਾਲੇ ਮੈਨੀਫੈਸਟੋ ਤੇ ਵੀ ਬੀਜੇਪੀ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ। ਨਾਲ ਉਹਨਾਂ ਨੇ ਇਹ ਕਿਹਾ ਹੈ ਕਿ ਰਾਹੁਲ ਗਾਂਧੀ ਕਿਵੇਂ ਕਲੇਮ ਕਰ ਸਕਦੇ ਨੇ ਕਿ ਜੇ ਕਾਨੂੰਨ ਰੱਦ ਨਾ ਹੋਏ ਤਾਂ ਉਹ ਪਿੱਛੇ ਨਹੀਂ ਹਟਣਗੇ, ਕਿ ਇਹ ਰਾਹੁਲ ਗਾਂਧੀ ਵੱਲੋਂ ਸਪਾਂਸਰਡ ਹੈ। ਤੇਜਾ ਜੀ, ਮੈਨੂੰ 1 ਮਿੰਟ ਦੇ ਦੇਣਾ ਜੀ। ਮੈਂ ਸਰੀਨ ਸਾਹਿਬ ਦੀ ਗੱਲ ਦਾ ਪੂਰਾ ਜਵਾਬ ਦਊਂਗਾ। ਪਹਿਲਾਂ ਤਾਂ ਇਹਨਾਂ ਨੂੰ ਇਹ ਦੱਸ ਦਿਆਂ ਕਿ ਸਰੀਨ ਸਾਹਿਬ ਤੁਸੀਂ ਸਿਆਣੇ ਬੰਦੇ ਹੋ,
ਪੰਜਾਬ ਨੇ ਜਿਹੜਾ APMC ਦਾ ਐਕਟ ਬਣਾਇਆ ਸੀ ਉਹਨੂੰ ਪੜ੍ਹ ਲਓ ਤੇ ਲੋਕਾਂ ਦੇ ਅੱਗੇ ਝੂਠ ਨਾ ਬੋਲੋ, ਲੋਕਾਂ ਨੂੰ ਮਿਸ ਇਨਫੋਰਮੇਸ਼ਨ ਨਾ ਦਿਓ। ਜਿਹੜੀ 19 ਵਾਲਾ ਮੈਨੂਫੈਸਟੋ ਆ ਉਹ ਕੱਲਾ ਮੈਨੂਫੈਸਟੋ ਕਹਿਣ ਨਾਲ ਨਹੀਂ ਸਰਦਾ, ਉਹ ਪੜ੍ਹ ਲਓ ਇੱਕ ਵਾਰੀ ਤੇ ਫਿਰ ਲੋਕਾਂ ਨੂੰ ਐਕਸਪਲੇਨ ਕਰੋ। ਇਹ ਜਿਹੜਾ ਕੁਝ BJP ਨੇ ਕੀਤਾ ਆ, ਕਨਸਟੀਟਿਊਸ਼ਨ ਜਿਹੜਾ ਸਾਡਾ ਹਿੰਦੁਸਤਾਨ ਦਾ ਆ, ਜਿੰਨੀਆਂ ਧੱਜੀਆਂ BJP ਦੀਆਂ ਉਡਾਈਆਂ ਨੇ ਨਾ, ਉਹਦੀਆਂ 47 ਤੋਂ ਹੁਣ ਤੱਕ ਕਿਸੇ ਸਰਕਾਰਾਂ ਦੇ ਨਹੀਂ ਉਡਾਈਆਂ। ਮੈਂ ਇੱਥੇ ਇੱਕ ਰਾਜ ਸਭਾ ਦੀ ਜਦੋਂ ਇਹ ਜਿਹੜਾ ਕਾਨੂੰਨ ਹੈ, ਜਿਹੜਾ ਬਿੱਲ ਰਾਜ ਸਭਾ 'ਚ ਪੇਸ਼ ਹੋਇਆ, ਸਾਡੇ ਆਨਰੇਬਲ ਆਪਣੇ ਡਿਪਟੀ ਚੇਅਰਮੈਨ ਦੀ ਜੇ ਤੁਸੀਂ ਵੀਡੀਓ ਦੇਖੋ, ਸਰੀਨ ਸਾਹਿਬ ਨੂੰ ਇਹ ਸਵਾਲ ਤੇਜਾ ਸਾਹਿਬ ਪੁੱਛਿਓ, ਇੱਥੇ ਇਹਨਾਂ ਦੀ ਮੈਜੋਰਿਟੀ ਨਹੀਂ ਸੀ ਰਾਜ ਸਭਾ ਦੇ ਵਿੱਚ। ਜਿਹੜਾ ਡਿਪਟੀ ਚੇਅਰਮੈਨ ਸੀਗਾ ਉਹਦੇ ਮੂੰਹੋਂ ਸਹਿ ਸੁਭਾਅ ਨਿਕਲਿਆ ਰੌਲੇ ਵਿੱਚ, ਸਾਰੇ ਟੈਲੀਵਿਜ਼ਨ ਚੈਨਲਾਂ ਨੇ ਦਿਖਾਇਆ ਸਵਾਏ ਗੋਦੀ ਮੀਡੀਆ ਤੋਂ। ਉਹ ਕਹਿ ਰਿਹਾ ਉਹ ਇਟਸ ਦਾ ਆਰਡਰ ਆਫ ਦਾ ਗਵਰਨਮੈਂਟ, ਇਟਸ ਦਾ ਆਰਡਰ ਆਫ ਦਾ ਗਵਰਨਮੈਂਟ। ਇਹੋ ਜਿਹਾ ਕਾਂਡ BJP ਸਰਕਾਰ ਕਰਦੀ ਹੈ। ਠੀਕ ਹੈ, ਤੁਸੀਂ ਦੋ ਮੁੱਖ ਦੇ ਸਵਾਲ ਕੀਤੇ। ਠੀਕ ਹੈ, ਵੈਸੇ ਤੁਹਾਡੇ ਕੋਲ ਉਹਨਾਂ ਨੇ ਮੇਰੀ ਗੱਲ ਪੂਰੀ ਸੁਣੋ। ਤੁਹਾਡੇ ਦੋ ਸਵਾਲ ਨੇ ਜਿਹੜੇ ਆ ਉਹਨਾਂ ਦਾ ਪਹਿਲਾਂ ਜਵਾਬ ਲੈ ਲਈਏ ਸਰੀਨ ਸਾਹਿਬ ਤੋਂ। ਸਰੀਨ ਸਾਹਿਬ, ਇਹਨਾਂ ਨੇ ਦੋ ਗੱਲਾਂ ਕਹੀਆਂ ਨੇ। ਇੱਕ ਤੇ ਇਹ ਕਿਹਾ ਕਿ ਰਾਜ ਸਭਾ ਦੇ ਵਿੱਚ ਮੈਜੋਰਟੀ ਨਹੀਂ ਸੀ, ਫਿਰ ਵੀ ਖੇਤੀ ਬਿੱਲ ਧੱਕੇ ਦੇ ਨਾਲ ਪਾਸ ਕਰਵਾਏ ਗਏ। ਨਾਲ ਇਹਨਾਂ ਨੇ ਕਿਹਾ ਕਿ ਸਰੀਨ ਸਾਹਿਬ ਨੇ ਸ਼ਾਇਦ ਜਿਹੜਾ ਮੈਨੀਫੈਸਟੋ ਕਾਂਗਰਸ ਦਾ ਉਹ ਚੰਗੀ ਤਰ੍ਹਾਂ ਨਹੀਂ ਪੜਿਆ, ਜਿਸ ਕਰਕੇ ਤੁਹਾਡੇ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ। ਮੈਨੂੰ ਬੜਾ ਅਫਸੋਸ ਹੋ ਰਿਹਾ ਹੈ ਕਿ ਕੁਲਦੀਪ ਜੀ ਦਾ ਮੈਂ ਬਹੁਤ ਸਤਿਕਾਰ ਕਰਦਾ, ਬਹੁਤ ਸੀਨੀਅਰ ਅਫਸਰ ਰਹੇ ਨੇ, ਔਰ ਉਹ ਇਹ ਇਹੋ ਜਿਹੇ ਝੂਠ ਬੋਲਣ। 2019 ਦਾ ਮੈਨੀਫੈਸਟੋ ਮੈਂ ਪੜ੍ਹਾਂ, ਉਹ ਤੁਸੀਂ ਤਾਂ ਪਹਿਲਾਂ ਪੜ੍ਹ ਲਓ ਵੈਦ ਸਾਹਿਬ। ਸਪਸ਼ਟ ਸ਼ਬਦਾਂ 'ਚ ਲਿਖਿਆ ਵੀ ਵਿਲ ਰਿਪੀਲ ਦਾ APMC। ਜੇ ਉਹ ਵੀ ਨਹੀਂ ਪੜ੍ਹਨਾ ਆਉਂਦਾ ਤੇ ਮੈਂ ਉਹਦੇ ਵਾਸਤੇ ਸਵਾਏ ਹਮਦਰਦੀ ਦੇ ਤੁਹਾਡੇ ਨਾਲ ਕੁਝ ਨਹੀਂ ਕਰ ਸਕਦਾ, ਕਿਉਂਕਿ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਕਾਂਗਰਸ ਨੂੰ ਬਾਹਰ ਰੱਖਣਾ। ਅੱਜ ਰਾਹੁਲ ਗਾਂਧੀ ਉੱਤੇ ਗਿਆ ਹੋਇਆ ਹੈ। ਮਜਬੂਰੀ ਨਹੀਂ ਹੈ। ਗੱਲ ਵੈਸੇ ਤੁਹਾਡੇ ਕੋਲ ਉਹਨਾਂ ਨੇ ਗੱਲ ਪੂਰੀ ਕਰ ਲਿਓ, ਤੁਹਾਡਾ ਪੱਖ ਲਾਵਾਂਗੇ। ਸਰੀਨ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ। ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਤੁਸੀਂ ਆਪਣੀ ਗੱਲ ਰੱਖ ਲੈਣਾ, ਠੀਕ ਹੈ ਨਾ। ਔਰ ਰਹੀ ਗੱਲ 2017 ਦੇ ਵੀ ਆਪਣੇ ਪੜ੍ਹ ਲਓ। ਮਾਰਕੀਟ ਕਮੇਟੀ ਜਿਹੜੇ APMC ਐਕਟ ਅਮੈਂਡ ਕੀਤੇ ਸਨ 2006 ਦੇ ਵਿੱਚ, ਪ੍ਰਾਈਵੇਟ ਮਾਰਕੀਟ ਯਾਰਡ ਅੱਗੇ ਆਪਾਂ ਅਮੈਂਡਮੈਂਟ ਨਹੀਂ ਕੀਤੀ। 2017 ਦੇ ਸਪੈਸ਼ਲ ਮਾਰਕੀਟ ਯਾਰਡ, ਸੀਜ਼ਨਲ ਮਾਰਕੀਟ ਯਾਰਡ, ਆਪਣੀ ਮੰਡੀ, ਕਿਸਾਨ ਮੰਡੀ, ਪ੍ਰਾਈਵੇਟ ਮਾਰਕੀਟ ਯਾਰਡ, ਡਾਇਰੈਕਟ ਮਾਰਕੀਟਿੰਗ, ਪ੍ਰੋਡਿਊਸਰ ਕੰਜ਼ਿਊਮਰ ਮਾਰਕੀਟ, ਇਹ ਆਪਾਂ ਅਮੈਂਡਮੈਂਟਾਂ ਨਹੀਂ ਕੀਤੀਆਂ। 2013 ਦੇ ਵਿੱਚ ਪੰਜਾਬ ਦੀ ਅਸੈਂਬਲੀ ਨੇ ਫਾਰਮਿੰਗ ਐਕਟ ਲਾਗੂ ਨਹੀਂ ਕੀਤਾ। ਉੱਥੇ ਤੁਹਾਡੇ ਵਰਗੇ ਸੀਨੀਅਰ ਬੰਦੇ ਜਿਨ੍ਹਾਂ ਨੂੰ ਬਹੁਤ ਆਦਰ ਔਰ ਸਤਿਕਾਰ ਕਰਦਾ ਔਰ ਸਮਝਦਾ ਕਿ ਸਿਆਣੇ ਕਾਂਗਰਸੀ ਦੇ ਵਿੱਚ ਗਏ ਨੇ, ਔਰ ਤੁਸੀਂ ਇਸ ਵੇਲੇ ਗੱਲਾਂ ਕਰੋ ਤਾਂ ਮਨ ਨੂੰ ਬੜਾ ਦੁੱਖ ਹੁੰਦਾ ਹੈ। ਠੀਕ ਹੈ ਸਰੀਨ ਸਾਹਿਬ, ਵੈਦ ਸਾਹਿਬ ਦਾ ਪੱਖ ਲੈਣੇ। ਵੈਦ ਸਾਹਿਬ ਕੀ ਕਹੋਗੇ? ਸਰੀਨ ਜੀ ਵੈਦ ਸਾਹਿਬ ਦਾ ਪੱਖ ਲੈ ਲਈਏ। ਸਰੀਨ ਜੀ, ਮੈਂ ਤੁਹਾਡੇ ਕੋਲ ਆਉਣਾ, ਵੈਦ ਸਾਹਿਬ ਦਾ ਪੱਖ ਲੈ ਲਈਏ। ਸਰੀਨ ਸਾਹਿਬ, ਜਿਵੇਂ ਤੁਸੀਂ ਮੈਨੂੰ ਐਡਰੈਸ ਕਰ ਰਹੇ ਹੋ, ਮੈਂ ਵੀ ਓਨਾ ਹੀ ਤੁਹਾਡਾ ਸਤਿਕਾਰ ਕਰਦਾ, ਬਟ ਪਲੀਜ਼ ਝੂਠ ਨਾ ਬੋਲੋ। ਜਿਹੜਾ 17 ਵਾਲਾ ਜਾਂ ਸੁਣ ਲਓ 17 ਵਾਲਾ 19 ਵਾਲਾ ਸਾਰੇ ਲੋਕਾਂ ਦੇ ਕੋਲ ਐਕਟ, ਇਹ ਜਿਹੜਾ ਮੈਨੀਫੈਸਟੋ ਹੈ, ਹਰ ਇੱਕ ਬੰਦੇ ਨੇ ਇਹ ਪੜਿਆ ਹੋਇਆ ਹੈ। ਇਹਦੇ ਤੇ ਨਾ ਕਰੋ ਇਹੋ ਜਿਹੀਆਂ ਗੱਲਾਂ। ਜੋ ਪੰਜਾਬ ਗਵਰਨਮੈਂਟ ਨੇ ਅਮੈਂਡਮੈਂਟ APMC 'ਚ ਕੀਤੀ ਹੈ ਉਹ ਆਪਣੇ ਕੋਲੇ ਹੈ, ਤੁਹਾਡੇ ਮੋਬਾਈਲ ਫੋਨ ਦੇ ਵਿੱਚ ਵੀ ਹੈਗੀ ਹੈ। ਉਹਨੂੰ ਚੰਗੀ ਤਰ੍ਹਾਂ ਸਟੱਡੀ ਕਰਕੇ ਕਹੋ। ਜਿੱਥੋਂ ਤੱਕ ਮੇਰੀ ਬੇਨਤੀ ਹੈ, ਮੇਰੀ ਪਹਿਲਾਂ ਪੂਰੀ ਗੱਲ ਸੁਣੋ। ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ ਸੀ, ਤੁਸੀਂ ਜਵਾਬ ਦੇਣਾ ਮੇਰੀ ਗੱਲ। ਸਰੀਨ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ, ਤੁਹਾਡਾ ਪੱਖ ਲਵਾਂਗੇ ਆਪਾਂ। ਹੋ ਲੈਣ ਦਿਓ, ਐਵੇਂ ਫਿਰ ਕੋਈ ਗੱਲ ਬਣੇਗੀ ਨਾ, ਕਿਉਂਕਿ ਇੱਕ ਗੱਲ ਨੂੰ ਪੂਰੀ ਗੱਲ ਹੋ ਲੈਣ। ਜਿੱਥੋਂ ਤੱਕ ਤੇਜਾ ਸਾਹਿਬ ਰਾਹੁਲ ਗਾਂਧੀ ਜੀ ਬਾਰੇ ਕਿਹਾ ਹੈਗਾ, ਇਹ ਤਾਂ BJP ਤੇ RSS ਦੀ ਪਾਲਿਸੀ ਹੋਈ ਆ ਕਿ ਕੋਈ ਆਪੋਜੀਸ਼ਨ ਹੈ ਹੀ ਨਹੀਂ। ਜੇ ਕੋਈ ਆਪੋਜੀਸ਼ਨ ਦਾ ਬੰਦਾ ਕੋਈ ਸਵਾਲ ਰੇਜ਼ ਕਰਦਾ ਹੈ ਤਾਂ ਉਹਦਾ ਹੱਕ ਨਹੀਂ ਆ, ਉਹ ਸਿਰਫ BJP ਦੇ ਲੀਡਰਾਂ ਦਾ ਹੱਕ ਹੈ। ਹਿੰਦੁਸਤਾਨ ਦੇ ਵਿੱਚ RSS ਦੇ ਲੀਡਰਾਂ ਦਾ ਸਿਰਫ ਹੱਕ ਰਹਿ ਗਿਆ। ਹਿੰਦੁਸਤਾਨ ਦੇ ਵਿੱਚ ਹੁਣ ਕਿਸੇ ਹੋਰ ਬੰਦੇ ਦਾ ਹੱਕ ਨਹੀਂ ਕਿ ਕੋਈ ਗਵਰਨਮੈਂਟ, ਮੋਦੀ ਸਾਹਿਬ ਦੀ ਜਿਹੜੀ ਗਵਰਨਮੈਂਟ ਹੈ ਉਹਦੇ ਖਿਲਾਫ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਰੇਜ਼ ਕਰ ਲਵੇ। ਆਮ ਸੌਰੀ ਸਰੀਨ ਸਾਹਿਬ, ਇਹ ਹਾਲਾਤ ਨੇ ਹਿੰਦੁਸਤਾਨ ਦੇ। ਤੁਹਾਡਾ ਆਪਣੀ ਜਗ੍ਹਾ ਤਰਕ BJP ਦਾ ਆਪਣਾ, ਪਰ ਸਿੱਧੇ ਤੌਰ ਤੇ ਸਵਾਲ ਹਰ ਪਾਰਟੀ ਨੂੰ ਆ। ਇੱਕ ਸਵਾਲ ਸਿੱਧੇ ਤੌਰ ਤੇ ਹਰ ਪਾਰਟੀ ਨੂੰ ਆ ਕਿ ਅੱਜ ਜਿਹੜਾ ਦਿੱਲੀ ਚ ਕਿਸਾਨਾਂ ਦਾ ਮੋਰਚਾ, ਕਿਸੇ ਵੀ ਸਿਆਸਤਦਾਨ ਨੂੰ ਉੱਥੇ ਨੇੜੇ ਨਹੀਂ ਆਉਣ ਦਿੰਦੇ, ਕੋਈ ਵੀ ਪਾਰਟੀ ਹੋਵੇ ਚਾਹੇ, ਕਿਸਾਨਾਂ ਦਾ ਵਿਸ਼ਵਾਸ ਉੱਠ ਚੁੱਕਿਆ। ਤੇਜਾ ਜੀ, ਵੈਦ ਸਾਹਿਬ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦੇਣ। ਤੇਜਾ ਜੀ ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦਿਓ। ਤੇਜਾ ਜੀ ਮੇਰੀ ਗੱਲ ਪੂਰੀ ਹੋ ਲੈਣ ਦਿਓ। ਵੈਸਾ ਰੱਖੋ ਪੂਰੀ ਗੱਲ ਰੱਖੋ। ਸਰੀਨ ਸਾਹਿਬ ਤੁਹਾਡੇ ਕੋਲ ਆਉਣਾ ਮੈਂ। ਸਰੀਨ ਸਾਹਿਬ ਨੂੰ ਮੈਂ ਸਵਾਲ ਪੁੱਛਦਾ ਕਿ ਜਿਹੜੀ ਆਪੋਜੀਸ਼ਨ ਪਾਰਟੀ ਹੈ, ਕੋਈ ਵੀ ਹੋਵੇ, ਸਾਡੀ ਪਾਰਟੀ ਦੇ ਸ਼੍ਰੀ ਰਾਹੁਲ ਗਾਂਧੀ ਜੀ ਹੈ, ਠੀਕ ਹੈ, 10 ਸਾਲ ਸਰਕਾਰ ਪਹਿਲਾਂ ਵੀ ਚੱਲੀ ਹੈ, ਉਸ ਤੋਂ ਪਹਿਲਾਂ ਵੀ ਸਾਡੀਆਂ ਸਰਕਾਰਾਂ ਰਹੀਆਂ ਨੇ। ਜੋ ਹੱਕ, ਜੋ ਫਰੀडम ਆਫ ਸਪੀਚ ਐਕਸਪ੍ਰੈਸ਼ਨ ਕਾਂਗਰਸ ਸਰਕਾਰ ਵੇਲੇ ਸੀ, ਕੀ ਅੱਜ ਹੈ? ਨੰਬਰ 2, ਸਰੀਨ ਸਾਹਿਬ ਕਹਿੰਦੇ ਰਾਹੁਲ ਗਾਂਧੀ ਨੂੰ ਕੋਈ ਮੌਲਿਕ ਅਧਿਕਾਰ ਨਹੀਂ ਹੈ
ਸਰੀਨ ਸਾਹਿਬ ਦੇ ਕੋਲੇ ਕਿਹਨੇ ਅਧਿਕਾਰ ਦੇ ਦਿੱਤਾ ਕਿ ਰਾਹੁਲ ਗਾਂਧੀ ਵਰਗੇ ਲੀਡਰ ਨੂੰ, ਜਿਹੜਾ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਹਾ ਹੈ ਤੇ ਅੱਜ ਮਿਸਿਸ ਸੋਨੀਆ ਗਾਂਧੀ ਪ੍ਰੈਜ਼ੀਡੈਂਟ ਨੇ, ਉਹਨਾਂ ਨੂੰ ਇਹ ਕਹਿਣ ਕਿ ਉਹਨਾਂ ਨੂੰ ਕੋਈ ਮੌਲਿਕ ਅਧਿਕਾਰ ਨਹੀਂ? ਸਰੀਨ ਸਾਹਿਬ ਤੁਸੀਂ ਬਹੁਤ ਆਨਰੇਬਲ ਹੋ ਮੇਰੇ ਵਾਸਤੇ, ਕੈਨ ਯੂ ਐਕਸਪਲੇਨ ਕਿ ਮੌਲਿਕ ਅਧਿਕਾਰ ਦੀ ਡੈਫੀਨੇਸ਼ਨ ਕੀ ਹੁੰਦੀ ਹੈ? ਠੀਕ ਹੈ ਵੈਸੇ ਤੁਹਾਡੇ ਕੋਲ ਹਾਂਜੀ ਸਰੀਨ ਜੀ ਸੁਣੋ ਡੈਫੀਨੇਸ਼ਨ ਦਾ ਕਹਿ ਰਹੇ ਨੇ ਕਿ ਡੈਫੀਨੇਸ਼ਨ ਕੀ ਹੁੰਦੀ ਹੈ ਮੌਲਿਕ ਅਧਿਕਾਰ ਦੀ, ਨਾਲ ਉਹਨਾਂ ਨੇ ਕਿਹਾ ਕਿ ਫਰੀडम ਆਫ ਸਪੀਚ ਨਹੀਂ ਅੱਜ ਦੀ ਡੇਟ ਦੇ ਵਿੱਚ, ਇਹ ਵੀ ਵੱਡਾ ਇਲਜ਼ਾਮ ਲਗਾ ਰਹੇ ਨੇ। ਮੈਨੂੰ ਇੱਕ ਚੀਜ਼ ਦੱਸੋ, ਅੱਜ ਧਰਨਾ ਲਾ ਕੇ ਆਪਣਾ ਜਲੂਸ ਕੱਢ ਕੇ ਗਏ ਨੇ, ਇਹਨਾਂ ਨੂੰ ਕਿਸੇ ਨੇ ਕੁਝ ਕਿਹਾ? ਠੀਕ ਹੈ, ਜਿੱਥੇ ਤੱਕ ਉਹਨਾਂ ਦਾ ਕਰਨਾ ਸੀਗਾ, ਉਹਦੇ ਬਾਅਦ ਲਾਅ ਐਂਡ ਆਰਡਰ ਜੋ ਦਿੱਲੀ ਦਾ ਸੀਗਾ ਉਹ ਕੀਤਾ। ਅੱਜ ਇਹ ਰਾਸ਼ਟਰਪਤੀ ਸਾਹਿਬ ਨੂੰ ਮਿਲਣਗੇ, ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ। ਸਵਾਲ ਸਿਰਫ ਇੰਨਾ ਹੈਗਾ ਕਿ ਰਾਸ਼ਟਰਪਤੀ ਜੀ ਨੂੰ ਮਿਲਣ ਦੇ ਬਾਅਦ ਜਿਹੜੀ ਉਹ ਪ੍ਰੈਸ ਸਟੇਟਮੈਂਟ ਦਿੰਦੇ ਪਏ ਨੇ ਕਿ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੋਣਗੇ ਤਦ ਤੱਕ ਧਰਨਾ ਖਤਮ ਨਹੀਂ ਹੋਏਗਾ। ਮੈਂ ਇਹ ਪੁੱਛਦਾ ਕਿ ਉਹਨਾਂ ਕੋਲ ਇਹ ਗੱਲ ਕਹਿਣ ਦਾ ਅਧਿਕਾਰ ਨਹੀਂ ਹੈ। ਵੈਸੇ ਸਾਹਿਬ ਇੱਕ ਮਿੰਟ ਗੱਲ ਪੂਰੀ ਕਰਨ ਦਿਓ, ਸਰੀਨ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ। ਹਾਂਜੀ ਸਰੀਨ ਜੀ ਸਾਹਿਬ ਮੈਨੂੰ ਇਹ ਦੱਸੋ, ਧਰਨਾ ਕਿਸਾਨਾਂ ਨੇ ਲਾਇਆ, ਆਪਾਂ ਸਾਰੇ ਕਹਿੰਦੇ ਨੇ ਕਿਸਾਨਾਂ ਨੇ ਲਾਇਆ, ਤੇ ਰਾਹੁਲ ਗਾਂਧੀ ਉਹਨਾਂ ਦੇ ਬਿਆਨ ਤੇ ਕਿਵੇਂ ਕਹਿ ਸਕਦੇ ਆ ਕਿ ਜਦ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਅਸੀਂ ਧਰਨਾ ਨਹੀਂ ਖਤਮ ਹੋਏਗਾ? ਉਹਨੂੰ ਕੀ ਅਧਿਕਾਰ ਹੈ ਮੈਨੂੰ ਇਹ ਦੱਸੋ। ਵੈਸੇ ਸਾਹਿਬ ਜਵਾਬ ਦਿਓ। ਮੈਂ ਸਰੀਨ ਸਾਹਿਬ ਨੂੰ ਪੁੱਛਦਾ, ਵੇਅਰ ਇਜ਼ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ? ਇਟਸ ਅ ਫੰਡਾਮੈਂਟਲ ਰਾਈਟ। ਸਾਡੀ ਪਾਰਟੀ ਦਾ ਲੀਡਰ ਕਹਿੰਦਾ ਨਹੀਂ ਹੋਏਗਾ ਤੇ ਉਹ ਗਲਤ ਹੋ ਗਿਆ। ਜੋ ਬੀਜੇਪੀ ਦੇ ਲੀਡਰ ਕਦੇ ਸਾਡੇ ਲੋਕਾਂ ਨੂੰ ਪਾਕਿਸਤਾਨੀ ਦੱਸਦੇ ਨੇ, ਕਦੇ ਅਰਬਨ ਨੈਕਸਲਾਈਟ ਦੱਸਦੇ ਨੇ, ਸੁਣ ਤਾਂ ਲਓ, ਕਦੇ ਅਰਬਨ ਨੈਕਸਲਾਈਟ ਕਹਿੰਦੇ ਨੇ, ਕਦੇ ਸਾਨੂੰ ਟੁਕੜੇ ਗੈਂਗ ਕਹਿੰਦੇ ਨੇ, ਉਹਨਾਂ ਕੋਲ ਅਧਿਕਾਰ ਹੈ। ਵੈਸੇ ਹੀ ਗੱਲਾਂ ਨੂੰ ਇੱਧਰ ਉੱਧਰ ਨਾ ਕਰੋ। ਮੈਨੂੰ ਤਾਂ ਰਾਹੁਲ ਗਾਂਧੀ ਇਹ ਕਲੇਮ ਕਿਵੇਂ ਕਰ ਸਕਦੇ? ਰਾਹੁਲ ਗਾਂਧੀ ਨੇ ਕਿਹਾ ਤਰਕ ਹੈ ਕਿ ਇਹ ਧਰਨਾ ਖਤਮ ਨਹੀਂ ਹੋਏਗਾ। ਰਾਹੁਲ ਗਾਂਧੀ ਕਿਵੇਂ ਕਲੇਮ ਕਰ ਸਕਦਾ ਕਿ ਧਰਨਾ ਖਤਮ ਨਹੀਂ ਹੋਏਗਾ? ਨਹੀਂ ਕੀ ਰਾਹੁਲ ਗਾਂਧੀ ਜੀ ਕੋਲੇ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਮਾਈਂਡ ਦੀ ਗੱਲ ਨਹੀਂ ਦੱਸ ਸਕਦੇ? ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਕਾਂਗਰਸ ਨੇ ਧਰਨਾ ਲਾਇਆ ਹੋਇਆ? ਤੁਹਾਨੂੰ ਤਕਲੀਫ ਹੁੰਦੀ ਹੈ ਜਦੋਂ ਕੋਈ ਵੀ ਤੁਹਾਡੀ ਸਰਕਾਰ ਦੇ ਖਿਲਾਫ ਬੋਲੇ। ਮੈਂ ਕਹਿੰਦਾ ਕਾਂਗਰਸ ਨੇ ਲਾਇਆ ਜਾਂ ਨਹੀਂ ਲਾਇਆ, ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੋਕ ਸ਼ਾਮਲ ਨੇ। ਮੈਨੂੰ ਇੱਕ ਚੀਜ਼ ਦੱਸੋ, ਜਵਾਬ ਦਿਓ ਮੈਨੂੰ ਕਿ ਇਹ ਕਾਂਗਰਸ ਦਾ ਧਰਨਾ ਹੈ ਜਾਂ ਕਿਸਾਨਾਂ ਦਾ ਧਰਨਾ ਹੈ? ਸੁਣ ਲਓ ਕਿਸਾਨਾਂ ਦਾ ਧਰਨਾ ਫਿਰ ਰਾਹੁਲ ਗਾਂਧੀ ਕਹਿੰਦਾ ਠੀਕ ਹੈ। ਵੈਸੇ ਸਰੀਨ ਸਾਹਿਬ ਇੱਕ ਮਿੰਟ ਤੁਹਾਡੇ ਦੋਵਾਂ ਲਈ ਸਵਾਲ ਹੈ, ਇਹ ਦੋਵਾਂ ਲਈ ਸਵਾਲ ਹੈ। ਠੀਕ ਹੈ, ਸਿਆਸਤਦਾਨ ਦਾ ਕੰਮ ਸਿਆਸਤ ਕਰਨਾ ਹੁੰਦਾ, ਇਹ ਪੈਰਲਲ ਨਾਲ ਚੱਲਦੀ ਰਹਿੰਦੀ ਹੈ, ਪਰ ਅੱਜ ਵੱਡਾ ਮੁੱਦਾ ਹੈ ਕਿਸਾਨਾਂ ਦਾ, ਵੱਡਾ ਮੁੱਦਾ ਹੈ ਕਿਸਾਨਾਂ ਦਾ, ਜਿਹੜੇ ਕਿ ਇੰਨੇ ਵੱਡੇ ਕੜਾਕੇ ਦੀ ਸਰਦੀ ਦੇ ਵਿੱਚ ਠੰਡ ਦੇ ਵਿੱਚ ਉੱਥੇ ਬੈਠੇ ਹੋਏ ਨੇ। ਉਹ ਮੁੱਦੇ ਦਾ ਹੱਲ ਕਿਵੇਂ ਹੋਵੇਗਾ ਜੇਕਰ ਅਸੀਂ ਵਾਰ ਪਲਟਵਾਰੀ ਕਰਦੇ ਰਹਿ ਜਾਵਾਂਗੇ? ਤੇਜਾ ਸਾਹਿਬ ਮੈਨੂੰ 1 ਮਿੰਟ ਦੇ ਦਿਓ। ਮੇਰੀਆਂ ਦੋ ਗੱਲਾਂ ਦਾ ਸਵਾਲ ਸਰੀਨ ਸਾਹਿਬ ਤੋਂ ਲਓ। ਹਾਂਜੀ, ਪਹਿਲੀ ਤਾਂ ਸਵਾਲ ਇਹ ਹੈ ਕਿ ਪੰਜਾਬ ਦੀ ਜਿਹੜੀ ਬੀਜੇਪੀ ਹੈ, ਚਲੋ ਸੈਂਟਰ ਦਾ ਤਾਂ ਸਾਨੂੰ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿੰਨੀ ਪੰਜਾਬ ਕਿਸਾਨ ਹੈ ਸੀ। ਕੀ ਪੰਜਾਬ ਦੀ ਬੀਜੇਪੀ ਸਰੀਨ ਸਾਹਿਬ ਇੱਥੇ ਰਹਿੰਦੇ ਨੇ, ਕੀ ਇਹਨਾਂ ਨੂੰ ਪੰਜਾਬੀਆਂ ਦਾ ਤੇ ਕਿਸਾਨਾਂ ਦੇ ਹੱਕ ਵਿੱਚ ਬੋਲਣ ਦਾ ਅਧਿਕਾਰ ਹੈ ਜਾਂ ਨਹੀਂ ਹੈ? ਗੱਲਾਂ ਨਾਲ ਨਹੀਂ, ਲਿਪ ਸਿੰਪਥੀ ਨਹੀਂ। ਨੰਬਰ 2, ਸਰੀਨ ਸਾਹਿਬ ਤੁਹਾਨੂੰ ਇੱਕ ਗੱਲ ਦੱਸਦੇ ਹਾਂ, ਇਹ ਜਿੱਦਣ ਕਾਲਾ ਕਾਨੂੰਨ ਲਾਗੂ ਹੋ ਗਿਆ ਨਾ ਪ੍ਰੋਪਰ, ਸੈਂਟਰ ਸਰਕਾਰ ਨੇ ਇਹ ਪਰਚੇਜ ਬੰਦ ਕਰਤੀ, ਪੰਜਾਬ ਤੇ ਹਰਿਆਣੇ ਦੀ ਅੱਧੀ ਆਮਦਨ ਰਹਿ ਜਾਣੀ ਹੈ। ਠੀਕ ਹੈ ਹਾਂਜੀ ਸਰੀਨ ਸਾਹਿਬ ਥੋੜੇ ਸ਼ਬਦਾਂ ਦੇ ਵਿੱਚ, ਸਮਾਂ ਬਹੁਤ ਘੱਟ ਹੈ, ਥੋੜੇ ਸ਼ਬਦਾਂ ਸਰੀਨ ਸਾਹਿਬ ਜਵਾਬ ਨਹੀਂ ਰਹਿ ਜਾਣੀ। ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ, ਥੋੜੇ ਸ਼ਬਦਾਂ ਜਵਾਬ ਦਿਓ ਵੈਸ ਸਾਹਿਬ ਦਾ ਜੋ ਕਹਿਣਾ ਹੈ। ਇਹੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਕਿ ਖਰੀਦ ਬੰਦ ਹੋ ਜਾਣੀ ਹੈ। ਇੱਕ ਵਾਰੀ ਨਹੀਂ, ਕੇਂਦਰ ਸਰਕਾਰ ਨੇ 10 ਵਾਰੀ ਕਹਿਤਾ ਕਿ MSP ਜਿੱਦਾਂ ਚੱਲ ਰਹੀ ਹੈ ਉਦਾਂ ਹੀ ਅੱਗੇ ਚੱਲੇਗੀ। ਅਸੀਂ 6 ਮਹੀਨੇ ਦੀਆਂ ਫਸਲਾਂ ਦੀ ਡਿਕਲੇਅਰ ਕਰ ਚੁੱਕੇ ਹਾਂ। ਵਿੱਚ ਪਾ ਦਿਓ ਨਾ ਜੀ, ਤੁਸੀਂ ਕਹਿ ਰਹੇ ਹੋ ਕਿ MSP ਖਤਮ ਹੋ ਜਾਏਗੀ, ਖਰੀਦ ਖਤਮ ਹੋ ਜਾਏਗੀ। ਲੋਕ ਇਸੇ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਕਿਸਾਨਾਂ ਨੂੰ ਸਰੀਨ ਸਾਹਿਬ ਐਕਟ ਪਾ ਦਿਓ। ਕਿਸਾਨ ਸਾਡਾ ਬਹੁਤ ਪੜਿਆ ਲਿਖਿਆ। ਠੀਕ ਹੈ ਵੈਸ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸਰੀਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਨਿਊਜ਼ 18 ਦੇ ਨਾਲ ਜੁੜਨ ਵਾਸਤੇ। ਸੋ ਕਾਂਗਰਸ ਦੇ ਵੱਲੋਂ ਆਪਣਾ ਤਰਕ ਹੈ, ਬੀਜੇਪੀ ਨੂੰ ਆਪਣਾ ਤਰਕ ਹੈ, ਵਾਰ ਪਲਟਵਾਰ ਕੀਤਾ ਜਾ ਰਿਹਾ ਹੈ, ਇੱਕ ਦੂਜੇ ਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਉਸਦੇ ਪੈਰਲਲ ਸਿਆਸਤ ਵੀ ਸਿਖਰਾਂ ਤੇ ਹੈ, ਸਿਆਸਤ ਵੀ ਗਰਮਾਈ ਹੋਈ ਹੈ, ਚਾਹੇ ਉਹ ਕੋਈ ਰੋਸ ਪ੍ਰਦਰਸ਼ਨ ਹੋਵੇ, ਚਾਹੇ ਉਹ ਕੋਈ ਮੰਗ ਪੱਤਰ ਹੋਵੇ, ਚਾਹੇ ਕੋਈ ਸਿਆਸੀ ਪਾਰਟੀ ਦਾ ਆਗੂ ਸੜਕਾਂ ਤੇ ਆਉਂਦਾ ਹੋਵੇ, ਰੋਸ ਮੁਜ਼ਾਹਰਾ ਕਰਦਾ ਹੋਵੇ। ਸੋ ਸਿਆਸਤ ਵੀ ਪੈਰਲਲ ਚੱਲ ਰਹੀ ਹੈ, ਪਰ ਇੱਕ ਦੂਜੇ ਨੂੰ ਹੀ ਇਹਨਾਂ ਕਾਨੂੰਨਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੋ ਫਿਲਹਾਲ ਇੱਥੇ ਰੁਕ ਰਹੇ ਹਾਂ, ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੋਣੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੁੜ ਤੋਂ ਗੱਲ ਕਰਾਂਗੇ ਖੇਤੀ ਕਾਨੂੰਨਾਂ ਦੀ, ਕਿਸਾਨਾਂ ਦੇ ਅੰਦੋਲਨ ਦੀ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚਾਲੇ ਬੀਜੇਪੀ ਆਗੂਆਂ ਦੇ ਖਿਲਾਫ ਕਿਸਾਨਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਵਿਚਾਲੇ ਬੀਜੇਪੀ ਆਗੂ ਸੁਰਜੀਤ ਜਾਨੀ ਦੀ ਇੱਕ ਵੀਡੀਓ ਵੀ ਸਾਹਮਣੇ ਹੈ, ਜਿਸ ਦੇ ਵਿੱਚ ਉਹ ਆਪਣੇ ਖੇਤਾਂ ਦੇ ਵਿੱਚ ਟਰੈਕਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ। ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ
ਇਹ ਨੇ ਸੁਰਜੀਤ ਕੁਮਾਰ ਜੈਣੀ ਜਿਹੜੇ ਬੀਜੇਪੀ ਆਗੂ ਨੇ। ਤਾਂ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਜਿਹੜੀ ਗੱਲਬਾਤ ਹੁੰਦੀ ਹੈ, ਜਦੋਂ ਵੀ ਕਿਸੇ ਵੀ ਦੌਰ ਦੀ ਗੱਲਬਾਤ ਹੁੰਦੀ ਹੈ ਤਾਂ ਉਸ ਦੇ ਵਿੱਚ ਅਹਿਮ ਰੋਲ ਵੀ ਇਹਨਾਂ ਦੇ ਵੱਲੋਂ ਅਦਾ ਕੀਤਾ ਜਾਂਦਾ ਹੈ। ਖੁਦ ਕਿਸਾਨ ਵੀ ਨੇ ਆਪਣੇ ਖੇਤਾਂ ਦੇ ਵਿੱਚ ਟਰੈਕਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਸੁਰਜੀਤ ਜੈਣੀ। ਇੱਕ ਪਾਸੇ ਖੇਤੀ ਕਾਨੂੰਨਾਂ ਦਾ ਮੁੱਦਾ ਹੈ, ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ, ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਬੀਜੇਪੀ ਆਗੂਆਂ ਦਾ ਵੀ ਵਿਰੋਧ ਹੋ ਰਿਹਾ। ਦੂਜੇ ਪਾਸੇ ਇਹ ਵੀ ਇੱਕ ਦਿਲਚਸਪ ਤਸਵੀਰ ਹੈ, ਕਿਤੇ ਨਾ ਕਿਤੇ ਇਸ ਮੁੱਦੇ ਦੇ ਨਾਲ ਜੁੜੀ ਹੋਈ ਵੀ ਤਸਵੀਰ ਹੈ ਕਿ ਖੇਤਾਂ ਦੇ ਵਿੱਚ ਸੁਰਜੀਤ ਜੈਣੀ ਟਰੈਕਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ। किसान लगातार दिल्ली के बॉर्डर से डटे हुए ने। खेती कानूनों खिलाफ किसानों का अंदोलन 29वें दिन के पहुंच गया है। ਸਿੰਘੂ ਤੇ टिकरी बॉर्डर से किसानों का भारी इकट्ठ वेखण नूं मिल रहा है। किसानों का कहना है कि जदों तक सरकार कानून वापस नहीं लैंदी वो टस तो मस नहीं होणगे। पलवल में किसानों की क्रमिक भूख हड़ताल लगातार चौथे दिन भी जारी। आप देख सकते हैं आज यहां पर अटोहा गांव के 11 किसान 24 घंटे के लिए सांकेतिक भूख हड़ताल पर बैठ गए हैं। इसके बाद दूसरे गांवों के किसान यहां आएंगे जो भूख हड़ताल पर बैठेंगे। एक दिन यानी कि 24 घंटे की भूख हड़ताल है। इनसे पहले मीतरौल और औरंगाबाद के किसान भूख हड़ताल पर थे। लगातार इनकी भूख हड़ताल चल रही है। हम बात करेंगे, क्या कहोगे इस बारे में? सरकार मानेगी जिस तरह से आप लगातार भूख हड़ताल कर रहे हैं? सरकार को मानना पड़ेगा किसी भी हद में। जब तक सरकार नहीं मानेगी, किसान नहीं मानने वाले। कहीं से भी कोई किसी प्रकार की, चाहे हमें कुछ भी करना पड़े। अभी हम सांकेतिक धरना दे रहे हैं, भूख हड़ताल भी ऐसे कर रहे हैं। हर गाँव से और पास जितने भी गाँव हमारे, जितने मंडल हैं, जितनी हमारी पाल हैं, सब पालों में हमारी खबर पहुँच गई है और सभी पालों के लोग एक्टिव हैं। घर घर जाकर, गांव गांव जाकर पूरा इस आंदोलन को पूरा सहयोग कर रहे हैं। हमारे साथ और भी किसान हैं, प्रतिनिधियों से बात करते हैं। सरकार है जो भाजपा वाले, वो कहते हैं कि इस आंदोलन के पीछे, किसान आंदोलन के पीछे कांग्रेस का हाथ है। क्या कहोगे? नहीं, ऐसा है कि गलत बोलते हैं, झूठ बोलते हैं। और ये सरकार पहली सरकार है जो सबसे ज़्यादा झूठ बोलती है। और इससे सरकार का मुखिया है मोदी जी जो है, मतलब ऐसा मैंने पहला प्रधानमंत्री देखा अपनी उम्र में कि जो सबसे ज़्यादा झूठ बोलने वाला प्रधानमंत्री है। अपने मन की बात करता है। अरे जनता के मन की बात पूछो, जो 140 करोड़ लोग हैं उनके मन की बात को पूछो, जो है वो क्या चाहते हैं, उनका क्या हक है, उसकी बात नहीं करता, अपने मन की बात करता है। उनके मन की बात जो है, अगर वो 27 तारीख को बोलेंगे, लोग उनके विरोध में ताली बजाएंगे, अपना हक 100% लेकर के रहेंगे। मेरी जिंदगी में मैंने बहुत देखे ऐसे और बहुत चले गए रहे। मतलब इस बात का कोई भय नहीं है, कोई डर नहीं है। कुर्बानी करने के लिए तैयार है, मतलब उससे हम नहीं हटेंगे। ये थे हमारे साथ अटोहा गांव के किसान जो 24 घंटे की क्रमिक भूख हड़ताल पर बैठे हैं। इनका कहना है कि वो यहाँ पर डटे रहेंगे, जीतेंगे और कृषि कानूनों को रद्द करवा कर ही मानेंगे। पलवल से दिनेश कुमार, न्यूज़ 18 हरियाणा। उत्थे दिल्ली के बॉर्डर से किसानों के लिए जिम का भी प्रबंध किया गया। किसान वर्जिश करके अपनी सेहत का भी बखूबी ख्याल रख रहे हैं। ग्राउंड जीरो तो साडे सहयोगी रोहित बांसल की रिपोर्ट वेखो। पहुंचे हुए ने उन्होंने वालों बेशक दिल्ली के बॉर्डर से धरने चल रहे हैं, पर पंजाबी ते हरियाणवी अपनी सेहत का ख्याल रखना नहीं भुल रहे। तुसीं मेरे पिछे देख सकते हो कि सड़कों की जिम लाई हुई है और साडे बजुर्ग जिहड़े पहुंचे हुए ने उन्होंने वालों इत्थे जिम लगाई जा रही है। सत श्री अकाल बापू जी, किहड़े पिंड तो आए हो? पिंड नौलाहाड़ा जी। जिला किहड़ा जी? जिला कपूरथला जी। जिला कपूरथला। इत्थे आके जिम लाउण लगे हो कि पहलां तो ला रहे सीगे? पहले मेरे टाइम पास करना जी। आम तौर पर तुसीं देख सकते हो कि किस तरह जिहड़े नाल धरने चल रहे। भाई जी किहड़ी जगह तो? मैं हरियाणा से हूँ जी। और जो ये युवाओं के लिए, बड़े बुजुर्गों के लिए हमारे यहाँ पे जिम का प्रबंध किया गया है कि बॉडी को मेंटेन रख सकें, कोई भी सर्दी के अंदर बीमार न हो, जो भी हम खा सकें वो आराम से बच सके और बॉडी को मेंटेन रख सके। तो साफ तौर पर तुसीं देख सकते हो कि एक तो बाद एक इत्थे मशीनां रखियां गईयां ने और लगातार जिहड़ी जिम लगाई जा रही है। भाई जी पहलां भी पिंड कदे लाउंदे सी कि इत्थे आके शौक जा गया? बस इत्थे हुण शौक थोड़ा जिहा, मैं कहा नाल नाल एक्सरसाइज हो जे,
ਨਾਲ ਆਪਣਾ ਪ੍ਰਦਰਸ਼ਨ ਹੋ ਰਿਹਾ। ਧਰਨੇ ਦੇ ਬਹਾਨੇ ਸਿਹਤ ਜ਼ਰੂਰ ਬਣ ਰਹੀ ਹੈ। ਫਿਰ ਨਾਲ ਸਿਹਤ ਜ਼ਰੂਰੀ ਹੈ ਜੀ। ਸਿਹਤ ਹੋਏਗੀ ਤਾਂ ਧਰਨੇ ਮੋਦੀ ਦੀ ਜਿਹੜਾ ਪ੍ਰਦਰਸ਼ਨ ਕਰ ਸਕਾਂਗੇ। ਠੀਕ ਹੈ ਜੀ। ਸਾਫ਼ ਤੌਰ ਤੇ ਕਹਿੰਦੇ ਬਾਕੀ ਦੀਆਂ ਗੱਲਾਂ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਆ। ਸੋ ਬਾਈ ਖੜਿਆ। ਬਾਈ ਜੀ ਪਿੰਡ ਵੀ ਜਿਮ ਲਗਾਉਂਦੇ ਸੀ ਜਾਂ ਇੱਥੇ ਆ ਕੇ ਲਗਾਉਣ ਲੱਗੇ ਤੁਸੀਂ? ਹਾਂਜੀ ਪਿੰਡ ਵੀ ਲਗਾਉਂਦੇ ਸੀਗੇ। ਜਦੋਂ ਇੱਥੇ ਆਏ ਤਾਂ ਲੱਗਿਆ ਇੱਕ ਵਾਰੀ, ਕਿਉਂਕਿ ਗੈਪ ਜਾ ਪੈ ਜਾਂਦਾ ਨਾ ਜਿਮ ਦਾ, ਵੀ ਕੀ ਕਾਰਨ ਰਿਹਾ, ਦੁਬਾਰੇ ਇੱਥੇ ਆਪਰੇਟ ਕੀਤਾ ਜਾਵੇ ਤਾਂ ਕਿੱਦਾਂ ਇਹ ਸਾਰਾ ਸਿਸਟਮ ਬਣਿਆ ਕਿ ਇੱਥੇ ਜਿਮ ਸ਼ੁਰੂ ਕੀਤੀ ਜਾਵੇ? ਹਾਂਜੀ ਬਸ ਵਿਹਲੇ ਸੀਗੇ ਹੁਣ ਜੀ, ਬਸ ਸੜਕਾਂ 'ਤੇ ਬੈਠੇ ਆ ਹਨਾ ਜ਼ਿਮੀਦਾਰ ਸਾਰੇ, ਤੇ ਜਿਮ ਸੀਗਾ ਜੀ ਚਲੋ ਲਾਉਣ ਲੱਗ ਗਏ ਇੱਥੇ ਬੈਠ ਕੇ। ਸੋ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਧਰਨੇ ਲਾਏ ਜਾ ਰਹੇ ਨੇ, ਉੱਥੇ ਹੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਔਰ ਲਗਾਤਾਰ ਇਹਨਾਂ ਨੌਜਵਾਨਾਂ ਵੱਲੋਂ ਜਿਮ ਲਗਾਈ ਜਾ ਰਹੀ ਹੈ। ਕੈਮਰਾਮੈਨ ਰਜਿੰਦਰ ਦੇ ਨਾਲ ਰੋਹਿਤ ਬੰਸਲ, ਪੱਕਾ ਨਿਊਜ਼ 18 ਪੰਜਾਬ, ਦਿੱਲੀ। ਸੋ ਕਿਸਾਨੀ ਅੰਦੋਲਨ ਦਾ ਹਰ ਰੰਗ, ਹਰ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਲਗਾਤਾਰ ਬਣੇ ਰਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਦੇ ਨਾਲ।